ਕਿ ਵਿਅਕਤੀਆਂ ਨੂੰ ਕਠੋਰਤਾ ਨਾਲ ਕੰਟਰੋਲ ਅਤੇ ਨਿਗਰਾਨੀ ਹੇਠ ਰੱਖਣਾ ਚਾਹੀਦਾ ਹੈ, ਤਾਂ ਹੀ ਉਹ ਕੰਮ ਨੂੰ ਸਹੀ ਅਤੇ ਸਮੇਂ ਸਿਰ ਕਰਨਗੇ। ਪਰ ਇਸ ਦੇ ਵਿਪਰੀਤ ਵਾਈ ਦਾ ਸਿਧਾਂਤ ਇਹ ਮੰਨਦਾ ਹੈ ਕਿ ਵਿਅਕਤੀ ਸਿਰਜਣਾਤਮਕ ਕਾਰਜ ਕਰਦੇ ਹੋਏ ਆਪਣੇ ਉੱਪਰ ਕੰਟਰੋਲ ਰੱਖਣ ਤੇ ਆਪਣਾ ਦਿਸ਼ਾਮਾਨ ਆਪ ਕਰਨ ਦੇ ਸਮਰੱਥ ਹੁੰਦਾ ਹੈ। ਐਕਸ ਦਾ ਸਿਧਾਂਤ ਅਧਿਕਾਰਤਾ ਦੇ ਕੇਂਦਰੀਕਰਨ ਤੇ ਜ਼ੋਰ ਦਿੰਦਾ ਹੈ ਤੇ ਵਾਈ ਦਾ ਸਿਧਾਂਤ ਵਿਕੇਂਦਰੀਕਰਨ ਅਤੇ ਸਹਿਭਾਗਤਾ ਦੇ ਅਸੂਲਾਂ ਨੂੰ ਵਧੇਰੇ ਮਹੱਤਤਾ ਦਿੰਦਾ ਹੈ। ਉਪਰੋਕਤ ਵੇਰਵੇ ਤੋਂ ਪਤਾ ਚੱਲਦਾ ਹੈ ਕਿ ਪਹਿਲੇ ਮੈਨੇਜਮੈਂਟ ਦੀਆਂ ਤਕਨੀਕਾਂ, ਵਿਧੀਆਂ, ਨੀਤੀਆਂ ਵਿਅਕਤੀ ਦੀਆਂ ਮੂਲ ਲੋੜਾਂ ਨੂੰ ਪੂਰਾ ਕਰਨ ਤੇ ਕੇਂਦਰਿਤ ਸਨ, ਪਰ ਹੁਣ ਉਹ ਇਸ ਦੀਆਂ ਅਗਲੇਰੀ ਜ਼ਰੂਰਤਾਂ ਜਿਵੇਂ ਸਵੈ ਪ੍ਰਾਪਤੀ, ਸਨਮਾਨ ਇਤਿਆਦਿਕ ਆਦਿ ਸਮਝਣ ਤੇ ਪੂਰਾ ਕਰਨ ਤੇ ਜ਼ੋਰ ਦੇ ਰਹੀਆਂ ਹਨ। ਕ੍ਰਿਸ ਐਰਗਾਇਰਸ ਦਾ ਕੱਚਾਈ ਪਰਿਪੱਕਤਾ ਦਾ ਸਿਧਾਂਤ ਮਨੁੱਖ ਦੀ ਬੁੱਧੀ ਦਾ ਸਤਰ ਦਰਸਾਉਂਦਾ ਹੈ, ਭਾਵ ਕੱਚਾਈ ਅਤੇ ਪਰਿਪੱਕਤਾ ਦੀਆਂ ਵਿਸ਼ੇਸ਼ਤਾਵਾਂ ਦਾ ਵੱਖਰੇਵਾਂਪਨ ਕਰਦੇ ਹੋਏ ਉਸ ਦਾ ਵਿਸਤਾਰ ਵਿੱਚ ਉਲੇਖ ਕਰਦਾ ਹੈ। ਮਨੁੱਖੀ ਬੁੱਧੀ ਦੀ ਕੱਚਾਈ ਦਰਸਾਉਣ ਵਾਲੀਆਂ ਵਿਸ਼ੇਸ਼ਤਾਵਾਂ ਹਨ ਨਿਸ਼ਕ੍ਰਿਯਤਾ, ਨਿਰਭਰਤਾ, ਖੁਦ ਨੂੰ ਵਿਅਕਤ ਕਰਨ ਦੇ ਸੀਮਿਤ ਤਰੀਕੇ, ਅਲਪ ਰੁਚੀ, ਆਪਣੀ ਸੋਚ ਸੰਕੀਰਣ ਅਤੇ ਥੋੜੇ ਸਮੇਂ ਤੱਕ ਹੀ ਸੀਮਿਤ ਰੱਖਣੀ, ਅਧੀਨ ਰਹਿਣਾ ਅਤੇ ਸਵੈ ਸੁਚੇਤਨਤਾ ਦੀ ਘਾਟ ਹੋਣਾ। ਇਹ ਜ਼ਿਆਦਾਤਰ ਬਾਲਕਾਂ ਵਿੱਚ ਵੇਖੀਆਂ ਜਾਂਦੀਆਂ ਹਨ। ਪਰਿਪੱਕਤਾ ਦੀ ਵਿਸ਼ੇਸ਼ਤਾਵਾਂ ਜੋ ਬਾਲਗ ਵਿਅਕਤੀ ਵਿੱਚ ਸੁਭਾਵਕ ਹੀ ਪਾਈਆਂ ਜਾਣੀਆਂ ਚਾਹੀਦੀਆਂ ਹਨ ਉਹ ਹਨ ਕਿਰਿਆਸ਼ੀਲਤਾ, ਆਤਮ ਨਿਰਭਰਤਾ, ਖੁਦ ਨੂੰ ਸਥਿਤੀ ਅਨੁਸਾਰ ਵਿਅਕਤ ਕਰਨ ਦੇ ਯੋਗ ਹੋਣਾ, ਗਹਿਰੀ ਰੁਚੀ ਰੱਖਣਾ, ਦੂਰ ਦੀ ਸੋਚਣਾ, ਉੱਚੀ ਪਦਵੀਆਂ ਹਾਸਿਲ ਕਰਨਾ ਅਤੇ ਸਵੈ ਸੁਚੇਤਨਤਾ ਅਤੇ ਆਪਣੇ ਉੱਪਰ ਨਿਯੰਤਰਣ ਰੱਖਣਾ। ਉਪਰੋਕਤ ਵਿਸ਼ੇਸ਼ਤਾਵਾਂ ਇਹ ਦੱਸਦੀਆਂ ਹਨ ਕਿ ਬਾਲਗਾਂ ਤੋਂ ਪਰਿਪੱਕ ਰਵੱਈਏ ਦੀ ਭਾਲ ਕੀਤੀ ਜਾਂਦੀ ਹੈ, ਪਰ ਸੰਗਠਨ ਦੀਆਂ ਸੰਕੁਚਿਤ ਨੀਤੀਆਂ, ਵਿਧੀਆਂ ਆਦਿ ਕਾਰਨ ਵਿਅਕਤੀ ਆਪਣੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਨਹੀਂ ਲੈ ਪਾਉਂਦਾ ਅਤੇ ਕੰਮ ਪ੍ਰਤੀ ਉਦਾਸੀਨ ਰਹਿੰਦਾ ਹੈ ਤੇ ਹੋਰਾਂ ਉੱਪਰ ਲੋੜ ਨਾਲੋਂ ਵੱਧ ਨਿਰਭਰ ਕਰਨ ਲੱਗ ਪੈਂਦਾ ਹੈ ਅਤੇ ਉਸ ਦੇ ਰਵੱਈਏ ਵਿੱਚ ਵੀ ਇੱਕ ਬਾਲਗ ਘੱਟ ਤੇ ਬਾਲ ਜ਼ਿਆਦਾ ਦਿਖਾਈ ਦਿੰਦਾ ਹੈ। ਕ੍ਰਿਸ ਐਰਗਾਇਰਸ ਅਜਿਹੀ ਅਵਸਥਾ ਨੂੰ ਮੈਨੇਜਮੈਂਟ ਦੇ ਗਲਤ ਨੀਤੀਆਂ ਨੂੰ ਦੋਸ਼ੀ ਠਹਿਰਾਉਂਦੇ ਹਨ। ਉਹ ਮਨੁੱਖਤਾਵਾਦੀ ਸਿਧਾਂਤ ਤੇ ਜ਼ੋਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮਨੁੱਖ ਸੰਗਠਨ ਦਾ ਇੱਕ ਜ਼ਰੂਰੀ ਅੰਗ ਹੋਣ ਕਾਰਨ ਉਸ ਦੇ ਨਿੱਜੀ ਉਦੇਸ਼ਾਂ ਦਾ ਸੰਗਠਨ ਦੇ ਉਦੇਸ਼ਾਂ ਨਾਲ ਏਕੀਕਰਨ ਆਵਸ਼ਕ ਹੈ। ਮੈਨੇਜਮੈਂਟ ਲਚਕੀਲਾਪਨ ਤੇ ਸਹਿਭਾਗਤਾ ਵਰਗੇ ਅਸੂਲਾਂ ਨੂੰ ਅਪਣਾ ਕੇ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕਰ ਸਕਦੀ ਹੈ ਅਤੇ ਉਹਨਾਂ ਵਿੱਚ ਆਪਣੇ ਕੰਮ ਪ੍ਰਤੀ ਜੋਸ਼ ਤੇ ਉਤਸ਼ਾਹ ਪੈਦਾ ਕਰ ਸਕਦੀ ਹੈ। ਮਨੁੱਖੀ ਆਸ਼ਾਵਾਂ ਜਾਂ ਪ੍ਰਕਿਰਿਆ ਸੰਬੰਧੀ ਸਿਧਾਂਤ ਦੇ ਮੋਢੀ ਲੇਵਿਨ ਤੇ ਐਡਵਰਡ ਟੋਲਮਨ ਸਨ, ਪਰ ਸਿਧਾਂਤ ਦੇ ਨਿਰਮਾਣ ਦੀ ਪਹਿਲ ਵਿਕਟਰ ਵਰੂਮ ਨੇ ਕੀਤੀ। ਵਰੂਮ ਨੇ ਸੰਯੋਗ ਸ਼ਕਤੀ, ਗੁਣਾ, ਵਸੀਲਾ ਜਾਂ ਸਾਧਨ ਤੋਂ ਆਸ਼ਾ ਦੀਆਂ ਧਾਰਨਾਵਾਂ ਰਾਹੀਂ ਪ੍ਰੋਤਸਾਹਨ ਦਾ ਆਸ਼ਾਵਾਂ ਸੰਬੰਧੀ ਸਿਧਾਂਤ ਇਜਾਦ ਕੀਤਾ। ਸੰਯੋਗ ਸ਼ਕਤੀ ਤੋਂ ਭਾਵ ਵਿਅਕਤੀ ਦੀ ਕਿਸੇ ਖਾਸ ਨਤੀਜੇ ਨੂੰ ਪ੍ਰਾਪਤ ਕਰਨ ਤੇ ਤਰਜੀਹ ਦੇਣ ਦੀ ਸਮਰੱਥਾ ਤੋਂ ਹੈ। ਕਿਸੇ ਨਤੀਜੇ ਦੀ ਪ੍ਰਾਪਤੀ ਤੇ ਯਕੀਨ ਨੂੰ ਸਕਾਰਾਤਮਕ ਸੰਯੋਗ ਸ਼ਕਤੀ ਕਹਿੰਦੇ ਹਨ। ਵਸੀਲੇ ਤੋਂ ਭਾਵ ਆਪਣੇ ਉਦੇਸ਼ ਜਾਂ ਮਿਹਨਤ ਰਾਹੀਂ ਪਰਿਣਾਮ ਦੀ ਪ੍ਰਾਪਤੀ ਤੋਂ ਹੈ, ਜਿਵੇਂ ਸੰਗਠਨ ਵਿੱਚ ਆਪਣੀ ਯੋਗਤਾ ਦੇ ਪ੍ਰਦਰਸ਼ਨ ਦੁਆਰਾ ਉੱਚ ਪਦਵੀ ਨੂੰ ਹਾਸਿਲ ਕਰਨਾ। ਆਸ਼ਾ ਤੋਂ ਭਾਵ ਇੱਕ ਖਾਸ ਉਦਤ ਰਾਹੀਂ ਪਹਿਲੇ ਦਰਜੇ ਦੇ ਪਰਿਣਾਮ ਦੀ ਪ੍ਰਾਪਤੀ ਦੀ ਸੰਭਾਵਨਾ ਤੋਂ ਹੈ। ਭਾਵੇਂ ਵਰੂਮ ਨੇ ਆਪਣੇ ਸਿਧਾਂਤ ਰਾਹੀਂ ਪ੍ਰੋਤਸਾਹਨ ਸੰਬੰਧੀ ਗੁੰਝਲਾਂ ਨੂੰ ਸੁਲਝਾਉਣ ਅਤੇ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਇਸ ਸਿਧਾਂਤ ਨੂੰ ਸਮਝਣਾ ਆਮ ਆਦਮੀ ਦੇ ਵਾਸਤੇ ਕਾਫੀ ਕਠਿਨ ਹੈ। ਇਸ ਦੀ ਬੜੀ ਸ਼ਲਾਘਾ ਕੀਤੀ ਗਈ, ਪਰ ਵਾਸਤਵ ਵਿੱਚ ਮੈਨੇਜਮੈਂਟ ਦੀਆਂ ਮੁਸ਼ਕਿਲਾਂ ਨੂੰ ਇਸ ਸਿਧਾਂਤ ਰਾਹੀਂ ਸੁਲਝਾਉਣਾ ਬਹੁਤ ਹੀ ਕਠਿਨ ਹੈ। ਕਿਸੇ ਵੀ ਸੰਗਠਨ ਵਿੱਚ ਕਰਮਚਾਰੀਆਂ ਨੂੰ ਇਨਾਮ ਜਾਂ ਸਜ਼ਾ ਦੁਆਰਾ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਇਨਾਮ ਜਿਵੇਂ ਕਿ ਧਨ, ਤਰੱਕੀ ਇਤਿਆਦਿਕ ਲੋਕਾਂ ਨੂੰ ਸਕਾਰਾਤਮਕ ਰਵੱਈਏ ਵੱਲ ਲਿਜਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਲੋਕਾਂ ਨੂੰ ਉਚਿਤ ਰਵੱਈਏ ਵੱਲ ਲਿਜਾਉਣ ਜਾਂ ਅਨੁਚਿਤ ਰਵੱਈਏ ਤੋਂ ਰੋਕਣ ਲਈ ਸਜ਼ਾਵਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨਾਮਾਂ ਅਤੇ ਸਜ਼ਾ ਦੋਨਾਂ ਦੇ ਮਿਸ਼ਰਣ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਤਾਂ ਕਿ ਇਹ ਦੋਵੇਂ ਸੰਗਠਨ ਦੇ ਕਰਮਚਾਰੀਆਂ ਨੂੰ ਸਕਾਰਾਤਮਕ ਰਵੱਈਏ ਪ੍ਰਤੀ ਪ੍ਰੋਤਸਾਹਿਤ ਕਰਨ ਤੇ ਆਪਣਾ ਕੰਮ ਪ੍ਰਾਪਤ ਕਰਨ ਵਿੱਚ ਯੋਗ ਹੋ ਸਕਣ। ਇੱਕ ਕਰਮਚਾਰੀ ਨੂੰ ਸਜ਼ਾ ਦੇਣ ਸਮੇਂ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਜ਼ਾ ਰਵੱਈਏ ਵਿੱਚ ਪ੍ਰਭਾਵਸ਼ਾਲੀ ਤਬਦੀਲੀ ਤਾਂ ਹੀ ਲਿਆਏਗੀ ਜੇਕਰ
ਉਹ ਇੱਕ ਵਿਅਕਤੀ ਨੂੰ ਉਚਿਤ ਰਵੱਈਏ ਅਪਣਾਉਣ ਲਈ ਮਜਬੂਰ ਕਰ ਦੇਵੇ, ਜਿਸ ਨੂੰ ਫਿਰ ਪੁਰਸਕ੍ਰਿਤ ਕੀਤਾ ਜਾਵੇ। ਜੇਕਰ ਉਪਰੋਕਤ ਗੱਲ ਨਾ ਵਾਪਰੇ ਤਾਂ ਗਲਤ ਰਵੱਈਆ ਕੇਵਲ ਕੁਝ ਸਮੇਂ ਲਈ ਹੀ ਦਬ ਜਾਵੇਗਾ ਅਤੇ ਸਜ਼ਾ ਖਤਮ ਹੁੰਦਿਆਂ ਹੀ ਫਿਰ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵਾ ਦਬਾਇਆ ਹੋਇਆ ਵਰਤਾਓ ਇੱਕ ਵਿਅਕਤੀ ਨੂੰ ਬੇਚੈਨ ਤੇ ਭੈਭੀਤ ਕਰ ਸਕਦਾ ਹੈ। ਸਜ਼ਾ ਉਸੇ ਸਮੇਂ ਦਿੱਤੀ ਜਾਵੇ ਜਿਸ ਸਮੇਂ ਵਾਸਤਵ ਵਿੱਚ ਅਣਉਚਿਤ ਕੰਮ ਕੀਤਾ ਹੋਵੇ, ਨਹੀਂ ਤਾਂ ਉਹ ਆਪਣੀ ਮਹੱਤਤਾ ਖੋ ਦੇਵੇਗੀ। ਸਜ਼ਾ ਦੇਣ ਲੱਗਿਆਂ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਇਹ ਅਣਉਚਿਤ ਵਤੀਰੇ ਲਈ ਕਿਤੇ ਇਨਾਮ ਹੀ ਨਾ ਬਣ ਜਾਵੇ। ਜੇਕਰ ਇੱਕ ਵਿਅਕਤੀ ਨੂੰ ਨਿਸ਼ਚਿਤ ਸੀਮਾ ਤੋਂ ਵੱਧ ਪ੍ਰੋਤਸਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹੀ ਕਾਰਨ ਕਈ ਵਾਰ ਨਕਾਰਾਤਮਕ ਸਿੱਟੇ ਵਜੋਂ ਉੱਭਰ ਕੇ ਸਾਹਮਣੇ ਆ ਜਾਂਦੇ ਹਨ ਜਾਂ ਉਸ ਕਾਰਨ ਨਤੀਜੇ ਵੀ ਉਲਟ ਹੋ ਸਕਦੇ ਹਨ। ਸੋ ਸਜ਼ਾ ਦਿੰਦੇ ਸਮੇਂ ਇਹਨਾਂ ਸਾਰੇ ਗੱਲਾਂ ਨੂੰ ਬਹੁਤ ਹੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇੱਕ ਵਿਅਕਤੀ ਨੂੰ ਉਸ ਦੀਆਂ ਨਿੱਜੀ ਜ਼ਰੂਰਤਾਂ ਦੀ ਪੂਰਤੀ ਦੁਆਰਾ ਉਸ ਨੂੰ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ। ਸਭ ਲੋਕਾਂ ਦੀਆਂ ਜ਼ਰੂਰਤਾਂ ਵੱਖ-ਵੱਖ ਹਨ। ਹਰੇਕ ਸਦੱਸ ਦੇ ਸਵੈ ਵਿਸ਼ਲੇਸ਼ਣ ਦੁਆਰਾ ਹੀ ਉਸ ਦੀ ਨਿੱਜੀ ਜ਼ਰੂਰਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਸੰਗਠਨ ਦਾ ਮਾਹੌਲ ਅਤੇ ਵਿਅਕਤੀਗਤ ਜ਼ਰੂਰਤਾਂ ਦੀ ਉਤੇਜਨਾ ਦੋਵੇਂ ਹੀ ਆਪਸ ਵਿੱਚ ਸੰਬੰਧਿਤ ਹਨ। ਇਸ ਲਈ ਸੰਗਠਨ ਦੇ ਮਾਹੌਲ ਦੀ ਵੀ ਸੰਗਠਨ ਦੇ ਸਦੱਸਾਂ ਨੂੰ ਪ੍ਰੋਤਸਾਹਿਤ ਕਰਨ ਲਈ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਈ ਤਰ੍ਹਾਂ ਦੀਆਂ ਪ੍ਰੇਰਨਾਵਾਂ ਦੁਆਰਾ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ। ਇਹਨਾਂ ਉਤੇਜਨਾਵਾਂ ਦੀ ਸੁਲਭਤਾ ਅਤੇ ਵਰਤੋਂ ਯੋਗਤਾ ਕਈ ਤਰ੍ਹਾਂ ਦੇ ਅੰਦਰੂਨੀ ਅਤੇ ਬਾਹਰਮੁਖੀ ਕਾਰਨਾਂ ਰਾਹੀਂ ਨਿਸ਼ਚਿਤ ਕੀਤੀ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਵਿੱਤੀ ਉਤੇਜਨਾ ਦੇਣਾ, ਜਿਵੇਂ ਕਿ ਤਨਖਾਹ ਨਿਰਧਾਰਿਤ ਕਰਨਾ ਇਤਿਆਦਿਕ। ਸੰਗਠਨ ਕਈ ਤਰ੍ਹਾਂ ਦੀਆਂ ਪ੍ਰੇਰਨਾਵਾਂ ਇਸਤੇਮਾਲ ਕਰਦੇ ਹਨ, ਜਿਨ੍ਹਾਂ ਦੀ ਵਿੱਤੀ ਉਤੇਜਨਾਵਾਂ ਅਤੇ ਗੈਰ ਵਿੱਤੀ ਉਤੇਜਨਾਵਾਂ ਦੇ ਤੌਰ ਤੇ ਵਰਗੀਕਰਨ ਕਰ ਸਕਦੇ ਹਾਂ। ਮੁਦਰਾ ਵਿੱਚ ਵਟਾਂਦਰਾ ਮੂਲ ਦੀ ਸ਼ਕਤੀ ਹੁੰਦੀ ਹੈ, ਇਸ ਲਈ ਇਹ ਵਿਅਕਤੀਆਂ ਵਾਸਤੇ ਇੱਕ ਮੂਲ ਉਤੇਜਨਾ ਹੈ, ਕਿਉਂਕਿ ਮਜ਼ਦੂਰੀ ਵੀ ਮਾਇਕ ਰੂਪ ਵਿੱਚ ਦਿੱਤੀ ਜਾਂਦੀ ਹੈ, ਪਰ ਇਹ ਕੇਵਲ ਉਸ ਵਕਤ ਇੱਕ ਉਤੇਜਨਾ ਦੇ ਰੂਪ ਵਿੱਚ ਕੰਮ ਕਰੇਗੀ ਜਦੋਂ ਇੱਕ ਵਿਅਕਤੀ ਦੀ ਆਮਦਨ ਦੀ ਬਨਿਸਬਤ ਉਸ ਨੂੰ ਚੌਖੀ ਰਕਮ ਦਿੱਤੀ ਜਾਵੇ। ਮਾਲੀ ਉਤੇਜਨਾਵਾਂ ਤੋਂ ਅਤਿਰਿਕਤ ਇੱਕ ਸੰਗਠਨ ਵਿੱਚ ਮੈਨੇਜਮੈਂਟ ਗੈਰ ਵਿੱਤੀ ਤਰ੍ਹਾਂ ਦੇ ਉਤਸ਼ਾਹ ਵੀ ਉਪਲਬਧ ਕਰਵਾ ਕੇ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕਰ ਸਕਦਾ ਹੈ। ਇਹ ਉਤਸ਼ਾਹ ਉਹਨਾਂ ਦੀ ਮਨੋਵਿਗਿਆਨਿਕ ਅਤੇ ਜਜ਼ਬਾਤੀ ਸੰਤੁਸ਼ਟਤਾ ਨਾ ਕਿ ਕੇਵਲ ਵਿੱਤੀ ਸੰਤੁਸ਼ਟਤਾ ਪੂਰੀ ਕਰਨ ਵਾਸਤੇ ਵਧੇਰੇ ਬਲ ਦਿੰਦੇ ਹਨ। ਰੁਤਬਾ ਅਤੇ ਪਦਵੀ ਹਾਸਲ ਕਰਨ ਤੋਂ ਭਾਵ ਇੱਕ ਰਸਮੀ ਸੰਗਠਨ ਦੇ ਢਾਂਚੇ ਵਿੱਚ ਦਰਜਾ ਜਾਂ ਪਦਵੀ, ਜ਼ਿੰਮੇਵਾਰੀ ਤੇ ਅਧਿਕਾਰਤਾ ਤੋਂ ਹੈ। ਬਹੁਤ ਸਾਰੇ ਲੋਕ ਇਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ। ਤਰੱਕੀ ਤੋਂ ਭਾਵ ਆਪਣੀ ਪਦਵੀ, ਮਾਣ ਅਤੇ ਜ਼ਿੰਮੇਵਾਰੀਆਂ ਵਿੱਚ ਵਾਧਾ ਹੋਣ ਤੋਂ ਹੈ। ਇਹ ਯੋਗਤਾ ਤੇ ਚੰਗੇ ਕੰਮ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਤੇ ਜੇਕਰ ਉਚਿਤ ਅਵਸਰ ਦਿੱਤੇ ਜਾਣ ਤਾਂ ਇਸ ਲਈ ਹਰ ਕੋਈ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੇ ਲੋਕ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਭਰੀ ਨੌਕਰੀਆਂ ਨੂੰ ਸਾਧਾਰਣ ਨੌਕਰੀਆਂ ਨਾਲੋਂ ਵਧੇਰੇ ਤਰਜੀਹ ਦਿੰਦੇ ਹਨ। ਇੱਕ ਜ਼ਿੰਮੇਵਾਰੀ ਵਾਲੀ ਨੌਕਰੀ ਲੋਕਾਂ ਦੀ ਕੁਦਰਤੀ ਖਾਹਿਸ਼ਾਂ ਨੂੰ ਪੂਰੀ ਕਰਦੀ ਹੈ ਅਤੇ ਉਹ ਕੰਮ ਪੂਰਾ ਕਰਨ ਵਿੱਚ ਪੂਰਾ ਜ਼ੋਰ ਲਗਾ ਦਿੰਦੇ ਹਨ। ਇੱਕ ਕਰਮਚਾਰੀ ਵਧੇਰੇ ਗਰਮਜੋਸ਼ੀ ਨਾਲ ਕੰਮ ਕਰਦਾ ਹੈ ਜੇਕਰ ਉਸ ਨੂੰ ਭਵਿੱਖ ਵਿੱਚ ਕੰਮ ਅਤੇ ਆਮਦਨ ਦਾ ਫਿਕਰ ਨਾ ਹੋਵੇ। ਸਾਡੇ ਮੁਲਕ ਵਿੱਚ ਇਹ ਸਭ ਤੋਂ ਵੱਡਾ ਪ੍ਰੋਤਸਾਹਿਤ ਕਰਨ ਵਾਲਾ ਕਾਰਨ ਹੈ। ਪਰ ਆਮ ਕਰਕੇ ਇਹ ਵੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਆਪਣੀ ਪਦਵੀ ਦੇ ਸੁਰੱਖਿਅਤ ਹੋਣਾ ਯਕੀਨੀ ਸਮਝ ਲੈਂਦਾ ਹੈ ਤਾਂ ਉਹ ਬਹੁਤੇਰਾ ਸੰਤੁਸ਼ਟ ਹੋ ਜਾਂਦਾ ਹੈ ਅਤੇ ਕੰਮ ਪ੍ਰਤੀ ਅਵੇਸਲਾ ਜਾਂ ਬੇਪਰਵਾਹ ਹੋਣ ਲੱਗ ਪੈਂਦਾ ਹੈ। ਇਨਾਮ ਵੰਡ ਪ੍ਰਣਾਲੀ ਰਾਹੀਂ ਵੀ ਮੁਲਾਜ਼ਮਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਇੱਕ ਮੁਲਾਜ਼ਮ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਨਾਲ ਉਹ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਤੇ ਉਤਸ਼ਾਹਪੂਰਵਕ ਕਰਨ ਲਈ ਪ੍ਰੇਰਿਤ ਹੋ ਜਾਂਦਾ ਹੈ। ਅਨੁਕੂਲ ਵਾਤਾਵਰਣ ਅਤੇ ਹੋਰ ਸੰਰਚਨਾਤਮਕ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣ ਤਾਂ ਕਿ ਨੌਕਰੀ ਵਧੇਰੇ ਸੁਹਾਵਣੀ ਤੇ ਰੋਚਕ ਬਣ ਸਕੇ। ਇਸ ਤਰ੍ਹਾਂ ਨਾਲ ਕਰਮਚਾਰੀ ਆਪਣੀ ਨੌਕਰੀ ਨੂੰ ਖੇਡ ਵਾਂਗ ਸੁਭਾਵਿਕ ਸਮਝ ਕੇ ਉਸ ਨੂੰ ਕਰਨ ਵਿੱਚ ਜੁਟ ਜਾਂਦੇ ਹਨ। ਇਹਨਾਂ ਉਪਰੋਕਤ ਅਧਿਐਨਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਪ੍ਰੋਤਸਾਹਨ ਸੰਬੰਧੀ ਸਾਂਝੀ ਨੀਤੀ ਦਾ ਨਿਰਮਾਣ ਕਰਨਾ ਸੰਭਵ ਨਹੀਂ, ਕਿਉਂਕਿ ਮਨੁੱਖੀ ਵਤੀਰਾ ਸਥਿਰ ਨਾ ਹੋ ਕੇ ਲਚਕਦਾਰ ਹੈ ਤੇ ਬਦਲਦਾ ਰਹਿੰਦਾ ਹੈ। ਸਾਰੇ ਮਨੁੱਖਾਂ ਦੀ ਯੋਗਤਾ ਤੇ ਦ੍ਰਿਸ਼ਟੀਕੋਣ ਵੀ ਵੱਖ-ਵੱਖ ਹੁੰਦੇ ਹਨ। ਇਹ ਸਿਧਾਂਤ ਜੋ ਪੱਛਮੀ ਵਿਕਸਿਤ ਦੇਸ਼ਾਂ ਵਿੱਚ ਸਫਲਤਾਪੂਰਵਕ ਲਾਗੂ ਕੀਤੇ ਜਾ ਚੁੱਕੇ ਹਨ ਨੂੰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੇ ਸੰਗਠਨਾਂ ਵਿੱਚ
ਲਾਗੂ ਕਰਨ ਲਈ ਇਹਨਾਂ ਨੂੰ ਇੱਥੋਂ ਦੀਆਂ ਪ੍ਰਸਥਿਤੀਆਂ, ਜ਼ਰੂਰਤਾਂ ਤੇ ਮਨੁੱਖੀ ਰਵੱਈਏ ਦੇ ਅਨੁਕੂਲ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਪਰੋਕਤ ਵੇਰਵੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪ੍ਰੋਤਸਾਹਨ ਕਿਸੇ ਵੀ ਸੰਗਠਨ ਨਾਲ ਸੰਬੰਧਿਤ ਮਨੁੱਖਾਂ ਦੇ ਰਵੱਈਏ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਨ ਲਈ ਆਵਸ਼ਕ ਹੈ। ਇਸ ਉੱਪਰ ਕਈ ਵਿਗਿਆਨਕਾਂ ਤੇ ਮਨੋਵਿਗਿਆਨਕਾਂ ਨੇ ਆਪਣੇ ਵਿਚਾਰ ਵੱਖ-ਵੱਖ ਸਿਧਾਂਤਾਂ ਰਾਹੀਂ ਪ੍ਰਗਟ ਕੀਤੇ, ਪਰ ਹੁਣ ਤੱਕ ਕੋਈ ਵੀ ਅਜਿਹਾ ਸਿਧਾਂਤ ਨਹੀਂ ਉਪਜਿਆ ਜੋ ਇਕੱਲਾ ਹੀ ਪ੍ਰੋਤਸਾਹਨ ਤੇ ਇਸ ਨਾਲ ਸੰਬੰਧਿਤ ਹੋਰ ਪੱਖਾਂ ਤੇ ਸਮੱਸਿਆਵਾਂ ਦਾ ਨਿਤਾਰਾ ਕਰ ਸਕੇ। ਇਸ ਲਈ ਇਸ ਵਿਸ਼ੇ ਨੂੰ ਸਮਝਣ ਲਈ ਇਹਨਾਂ ਸਾਰੇ ਸਿਧਾਂਤਾਂ ਦੀ ਜਾਣਕਾਰੀ ਹੋਣਾ ਆਵਸ਼ਕ ਹੈ ਅਤੇ ਇਹਨਾਂ ਨੂੰ ਸਹੀ ਵਰਤੋਂ ਕਰਦੇ ਹੋਏ ਮੈਨੇਜਮੈਂਟ ਦੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਉਪਯੋਗ ਵਿੱਚ ਲਿਆਉਣਾ ਵੀ ਜ਼ਰੂਰੀ ਹੈ।